किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। चौथे कांड का 16वां भाग धर्म युद्ध के चाए। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। फतेह बुलाउण च किहड़ी जंग विच जित दी मंग है। इस प्रश्न का उत्तर दास नूं समझाउंदिआं एक बड़े सुहिरद ਗਿਆਨਵਾਨ गुरमुख लिखारी सज्जण जी ने फरमान किया कि अपने पंथ नूं इस फतेह के दाते दशमेश जी ने श्री दसम गुरु ग्रंथ साहिब विच उस युद्ध का जिक्र बड़े स्पष्ट शब्दों विच कीता होया है अते उन्हां ने कृष्ण अवतार विचली एक पंक्ति पढ़ी, अवर बाशना नाहे प्रभ धर्म युद्ध के चाए। अगे व्याख्या करदिआं समझाया कि दशमेश जी धर्म युद्ध विच खालसा जी नूं सदा जूझदा ਅਤੇ ਉਸ ਯੁੱਧ ਵਿੱਚ ਫਤਿਹ ਪਾਉਂਦਾ ਵੇਖਣਾ ਚਾਹੁੰਦੇ ਹੋਏ ਅਕਾਲ ਪੁਰਖ ਨੂੰ ਕਹਿ ਰਹੇ ਹਨ ਕਿ ਹੇ ਵਾਹਿਗੁਰੂ ਜੀ, ਉਸ ਧਰਮ ਯੁੱਧ ਵਿੱਚ ਜਿੱਤ ਖਾਲਸੇ ਦੀ ਨਹੀਂ ਹੈ, ਉਹ ਜਿੱਤ ਵੀ ਤੇਰੀ ਹੈ। ਇਸ ਲਈ ਆਪਣੇ ਖਾਲਸਾ ਜੀ ਨੂੰ ਸਦਾ ਬਲਵਾਨ ਬਣਾਈ ਰੱਖੀ। ਪਰ ਕਿਸ ਪ੍ਰਕਾਰ ਦੇ ਜੰਗ ਨੂੰ ਧਰਮ ਯੁੱਧ ਮੰਨਿਆ ਜਾਵੇ। ਹਾਲਾਤ ਅਜਿਹੇ ਬਣ ਗਏ ਕਿ ਦਾਸ ਇਸ ਵਾਰਤਾ ਨੂੰ ਛੇਤੀ ਉਹਨਾਂ ਨਾਲ ਹੋਰ ਅਗਾਂਹ ਨਾ ਤੋਰ ਸਕਿਆ ਅਤੇ ਉਹਨਾਂ ਨੂੰ ਅਕਾਲ ਪੁਰਖ ਵੱਲੋਂ ਸੱਦਾ ਆ ਗਿਆ। ਇੱਕ ਸ਼ਰਾਬੀ ਟਰੱਕ ਵਾਲਾ ਉਹਨਾਂ ਦੇ ਸਾਥੋਂ ਸਦੀਵੀ ਵਿਛੋੜੇ ਦਾ ਬਹਾਨਾ ਬਣ ਗਿਆ। ਠੀਕ ਵਿਆਖਿਆ ਦਾ ਪਤਾ ਦਾਸ ਨੇ ਹੋਰ ਕਈ ਥਾਂ ਕੀਤਾ, ਪਰ ਧਰਮ ਯੁੱਧ ਦੀ ਅਜਿਹੀ ਵਿਆਖਿਆ ਨਾ ਮਿਲ ਸਕੀ ਜਿਸ ਤੋਂ ਮਨ ਪੂਰੀ ਤਰ੍ਹਾਂ ਸੰਤੁਸ਼ਟ ਹੋ ਜਾਂਦਾ। ਸ੍ਰੀ ਪਿਆਰਾ ਸਿੰਘ ਪਦਮ ਦੀ ਪੁਸਤਕ ਦਸਮ ਗ੍ਰੰਥ ਦਰਸ਼ਨ ਦੇ 42 ਸਫ਼ੇ 'ਤੇ ਲਿਖਿਆ ਪੜ੍ਹ ਲਿਆ ਕਿ ਗੁਰੂ ਜੀ ਨੇ ਮੁਸਲਮਾਨ ਤਾਕਤ ਦਾ ਮੁਕਾਬਲਾ ਕਰਕੇ ਹਿੰਦੂਆਂ ਨੂੰ ਬਚਾਇਆ ਅਤੇ 190 ਸਫ਼ੇ ਦੇ ਆਰੰਭ ਵਿੱਚ ਦਸਮ ਗ੍ਰੰਥ ਜੀ ਵਿਚਲੇ ਇਹ ਬਚਨ ਵੀ ਪੜ੍ਹੇ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ, ਅਵਰ ਬਾਸ਼ਨਾ ਨਹ ਪ੍ਰਭ ਧਰਮ ਯੁੱਧ ਕੇ ਚਾਏ। ਭਾਵ ਪੁਰਾਣਾਂ ਦੇ 10ਵੇਂ ਸਕੰਦ ਦੀ ਕਥਾ ਦੇਸੀ ਬੋਲੀ ਵਿੱਚ ਲਿਖ ਦਿੱਤੀ ਹੈ। ਹੁਣ ਸਿਵਾਏ ਧਰਮ ਦੀ ਰੱਖਿਆ ਹੇਤ ਯੁੱਧ ਦੇ ਚਾਏ ਚਾਅ ਉਮੰਗ ਸੱਧਰ ਦੇ ਮਨ ਵਿੱਚ ਹੋਰ ਕੋਈ ਵਾਸ਼ਨਾ ਕਾਮਨਾ ਲਾਲਚ ਹਿਰਸ ਨਹੀਂ ਰਹੀ। ਅਤੇ ਫਿਰ ਉਸੇ ਸਫ਼ੇ 'ਤੇ ਇਹ ਬਚਨ, ਧਨ ਜੀਓ ਤਿਹ ਕੋ ਜੁਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ। ਫੁੱਟਨੋਟ। ਕਿੱਡੀ ਵਿਚਿੱਤਰ ਅਤੇ ਗੁਰਮਤਿ ਵਿਰੋਧੀ ਹੈ ਇਹ ਪੰਕਤੀ। ਦਸਾਂ ਸਤਿਗੁਰਾਂ ਦੀ ਜੋਤ ਦਾ ਫਰਮਾਨ ਤਾਂ ਇਹ ਹੈ, ਘਟ ਵਸੇ ਚਰਨਾਰ ਬਿੰਦ ਰਸਨਾ ਜਪੈ ਗੋਪਾਲ। ਪੰਨਾ 554। ਪ੍ਰਭੂ ਦਾ ਵਾਸਾ ਹਿਰਦੇ ਵਿੱਚ ਹੋਵੇ ਤਾਂ ਰਸਨਾ ਹਰੀ ਦਾ ਨਾਮ ਸਿਮਰਦੀ ਸੋਹਣੀ ਲੱਗਦੀ ਹੈ ਅਤੇ ਫਿਰ ਮੁਖੋਂ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੇ ਵਸਾਇਆ। ਨਾਨਕ ਜਿਨ ਕੈ ਹਿਰਦੇ ਵਸਿਆ ਮੋਖ ਮੁਕਤ ਦਿਨ ਪਾਇਆ। ਪੰਨਾ 565। ਭਾਵ ਨਿਰਾ ਮੂੰਹੋਂ ਰੱਬ ਰੱਬ ਕਰੀ ਜਾਣ ਦਾ ਕੋਈ ਲਾਭ ਨਹੀਂ, ਕਿਉਂਕਿ ਜਿੰਨਾ ਚਿਰ ਪ੍ਰਭੂ ਦਾ ਵਾਸਾ ਹਿਰਦੇ ਵਿੱਚ ਨਹੀਂ ਹੋ ਜਾਂਦਾ ਮਾਇਆ ਦੀ ਪਕੜ ਤੋਂ ਮੁਕਤ ਸੰਭਵ ਨਹੀਂ ਹੈ। ਹਿਰਦੇ ਹਰ 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 ਤੋਂ ਉਪਜੀ ਹਰ ਜਪੀਐ ਮਸਤਕ ਭਾਗ ਜੀਓ। ਪੰਨਾ 774। ਨਾਮ ਸਲਾਹਨ ਨਾਮ ਮਨ ਅਸਥਿਰ ਜਗ ਸੋਈ, ਹਿਰਦੇ ਹਰ ਹਰ ਚਿਤਵੈ ਦੂਜਾ ਨਹੀਂ ਕੋਈ। ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ। ਪੰਨਾ 1247। ਅਤੇ ਕਿਸੇ ਵਿਸ਼ੇ ਨੂੰ ਗੁਰਮਤਿ ਸਿਧਾਂਤ ਸਿੱਧ ਕਰਨ ਵਾਲੇ ਮਿੱਥੇ ਟੀਚੇ ਦਾ ਪੰਜਵਾਂ ਗੁਰੂ ਫਰਮਾਨ ਲੋਕ ਵਿਖਾਵੇ ਵਾਲੇ ਜਾਪ ਦੀ ਖੰਡਨਾ ਇਉਂ ਕਰ ਰਿਹਾ, ਹਿਰਦੇ ਰਾਮ ਨ ਚੇਤਹੀ ਇਹ ਜਪਨੀ ਕਿਆ ਹੋਏ। ਪੰਨਾ 1368। ਇੱਧਰ ਸ੍ਰੀ ਦਸਮ ਗ੍ਰੰਥ ਸਾਹਿਬ ਹਿਰਦੇ ਵਿੱਚ ਸਦਾ ਯੁੱਧ ਦੀ ਕਾਮਨਾ ਕਰਨੀ ਸਿਖਾ ਰਹੇ ਹਨ। ਫਿਰ ਮੁਖ ਤੋਂ ਹਰ ਹਰ ਕਰੀ ਜਾਣਾ ਕਿ ਕੇਵਲ ਜਗਤ ਵਿਖਾਵਾ ਬਣ ਕੇ ਨਹੀਂ ਰਹਿ ਜਾਂਦਾ। ਭੰਨ ਤੋੜ ਕੀਤੇ ਬਿਨਾਂ ਉਪਰੋਕਤ ਪੰਕਤੀ ਦੇ ਗੁਰਮਤਿ ਅਨੁਕੂਲ ਅਰਥ ਕਿਸੇ ਤਰ੍ਹਾਂ ਨਹੀਂ ਬਣ ਸਕਦੇ। ਅਰਥ ਅਜਿਹੇ ਮਨੁੱਖ ਦਾ ਜੀਵਨ ਧੰਤਾ ਯੋਗ ਹੈ ਜਿਸ ਦੇ ਮੁਖ ਵਿੱਚ ਤਾਂ ਰੱਬ ਦਾ ਨਾਮ ਹੋਵੇ ਪਰ ਹਿਰਦੇ ਵਿੱਚ ਸਦਾ ਧਰਮ ਯੁੱਧ ਛੇੜੀ ਰੱਖਣ ਦੀ ਵਿਉਂਤ ਬਣਾਈ ਰੱਖਦਾ ਹੋਵੇ। ਸ਼ਬਦਾਰਥ ਦਸਮ ਗ੍ਰੰਥ ਸਾਹਿਬ ਕ੍ਰਿਤ ਭਾਈ ਰਣਧੀਰ ਸਿੰਘ। ਪਿਆਰਾ ਸਿੰਘ ਪਦਮ ਜੀ ਦੇ ਲਿਖੇ ਅਨੁਸਾਰ ਇਹਨਾਂ ਉਪਰੋਕਤ ਪੰਕਤੀਆਂ ਤੋਂ ਇਹੀ ਸਮਝ ਆਉਂਦੀ ਹੈ ਕਿ ਹਿੰਦੂਆਂ ਦੇ ਧਰਮ ਦੀ ਰੱਖਿਆ ਵਿੱਚ ਲੜਿਆ ਜੰਗ ਧਰਮ ਯੁੱਧ ਸੀ
ਅਤੇ ਅਗਾਂਹ ਤੋਂ ਵੀ ਸਦਾ ਅਜਿਹੇ ਯੁੱਧ ਦਾ ਹੀ ਹਿਰਦੇ ਵਿੱਚ ਚਾਉ ਰਹਿਣਾ ਚਾਹੀਦਾ ਹੈ। ਗੁਰੂ ਦੇ ਸਿੰਘ ਨੂੰ ਅਮਨ ਚੈਨ ਵਾਲਾ ਸਮਾਂ ਸ਼ਾਇਦ ਬੁਰਾ ਲੱਗਦਾ ਹੈ। ਦਾਸ ਦੇ ਮਨ ਵਿੱਚ ਸ਼ੰਕੇ ਵਧਦੇ ਗਏ, ਜੋ ਅੱਜ ਪਾਠਕਾਂ ਨਾਲ ਸਾਂਝੇ ਕਰਨ ਦਾ ਯਤਨ ਕਰ ਰਿਹਾ ਹਾਂ। ਵੇਰਵਾ ਇਉਂ ਹੈ। ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੀ ਵਿਉਂਤ ਨਾਲ ਬਣਾਏ ਸੁਰੱਖਿਅਤ ਟਿਕਾਣੇ ਤੋਂ ਦੂਰ ਕੇਵਲ ਸੈਰ ਲਈ ਪਾਉਂਟਾ ਸਾਹਿਬ ਆਏ ਹੋਏ ਸਨ। ਦਸ਼ਮੇਸ਼ ਜੀ ਦੀ ਫੌਜੀ ਸ਼ਕਤੀ ਪੂਰੀ ਨਹੀਂ ਸੀ ਅਤੇ ਜੰਗ ਨੀਤੀ ਤੋਂ ਉਹਨਾਂ ਦਾ ਟਿਕਾਣਾ ਇੱਕ ਤਰ੍ਹਾਂ ਨਾਲ ਰੜੇ ਸਮਝ ਕੇ ਸਾਰੀਆਂ ਪਹਾੜੀ ਰਿਆਸਤਾਂ ਦੇ ਹਿੰਦੂ ਰਾਜਿਆਂ ਨੇ 18 ਵਿਸਾਖ 1746 ਆਪਣੀ ਸਾਰੀ ਸਮਿਲਤ ਫੌਜੀ ਸ਼ਕਤੀ ਨਾਲ ਅਚਨਚੇਤ ਸਤਿਗੁਰਾਂ 'ਤੇ ਹੱਲਾ ਬੋਲ ਦਿੱਤਾ ਸੀ। ਉਸ ਜੰਗ ਵਿੱਚ ਜੂਝ ਕੇ ਸ਼ਹੀਦ ਹੋਣ ਵਾਲੇ ਬੁੱਧੂ ਸ਼ਾਹ ਜੀ ਦੇ 2 ਪੁੱਤਰ, 2 ਭਰਾ ਅਤੇ 700 ਦੇ ਕਰੀਬ ਮੁਰੀਦ ਹਿੰਦੂਆਂ ਨਾਲ ਵੈਰ ਕਮਾਉਣ ਲਈ ਨਹੀਂ ਸਨ ਲੜੇ। ਹਿੰਦੂਆਂ ਕੋਲ ਬਣਿਆ ਸਖਤ ਪਹਿਰਾ ਵੇਖ ਕੇ ਉਹ ਸਤਿਗੁਰਾਂ ਦੇ ਅੰਗ ਰੱਖਿਅਕ ਆ ਬਣੇ ਸਨ। ਸਾਰਾ ਸਿੱਖ ਜਗਤ ਜਾਣਦਾ ਹੈ ਕਿ ਇਹ ਜੰਗ ਵਿਅਰਥ ਦੇ ਸਿਆਸੀ ਸਾੜੇ ਦੀ ਅੱਗ ਬੁਝਾਉਣ ਲਈ ਹਿੰਦੂ ਰਾਜਿਆਂ ਨੇ ਆਪ ਸਹੇੜੀ ਸੀ। ਕੀ ਇਹ ਦਸ਼ਮੇਸ਼ ਜੀ ਦਾ ਪਹਿਲਾ ਧਰਮ ਯੁੱਧ ਸੀ ਕਿ ਜਾਂ ਬਿਨਾਂ ਕਾਰਨ ਗਾਲਾ ਪਏ ਹਿੰਦੂ ਵੈਰੀਆਂ ਦਾ ਬੁਥਾੜ ਭੰਨਣਾ ਪਿਆ ਸੀ? ਨੰਬਰ 2, ਦਸ਼ਮੇਸ਼ ਜੀ ਦੀ ਜੀਵਨ ਕਥਾ ਵਿੱਚੋਂ ਅਜਿਹੀ ਇੱਕ ਵੀ ਜੰਗ ਨਹੀਂ ਮਿਲਦੀ ਜਿਹੜੀ ਦਸ਼ਮੇਸ਼ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪ ਸਹੇੜੀ ਹੋਵੇ। ਸਗੋਂ ਜਫਰਨਾਮੇ ਵਿੱਚ ਦਸ਼ਮੇਸ਼ ਜੀ ਨੇ ਇਉਂ ਫਰਮਾਨ ਕੀਤਾ ਹੋਇਆ ਹੈ, ਮਨਮ ਕੁਸ਼ਨਮ ਕੁਹੀਆਂ ਪੁਰ ਫਿਤਨ ਕਿ ਓਤ ਬੁੱਤ ਪ੍ਰਸਤਨ ਮਨ ਬੁੱਤ ਸ਼ਿਕਨ। ਪਾਪ ਫਸਾਦ ਦੀ ਜੜ ਹਿੰਦੂ ਪਹਾੜੀਆਂ ਨੂੰ ਤਾਂ ਸਗੋਂ ਮਾਰਨਾ ਪੈ ਰਿਹਾ ਹੈ। ਮੇਰੇ ਨਾਲ ਵੈਰ ਉਹਨਾਂ ਦਾ ਇਹ ਹੈ ਕਿਉਂਕਿ ਉਹ ਬੁੱਤਾਂ ਦੀ ਪੂਜਾ ਕਰਦੇ ਹਨ ਤੇ ਅਸੀਂ ਅਜਿਹੇ ਬੁੱਤਾਂ ਨੂੰ ਭੰਨਣੋਂ ਫਰਕ ਨਹੀਂ ਕਰਦੇ। ਕਿਸੇ ਖਾਸ ਧਰਮ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਵਾਸਤਾ ਕੋਈ ਨਹੀਂ ਹੈ। ਖਾਲਸਾ ਜੀ ਨੇ ਮਜ਼ਲੂਮ ਦੀ ਰੱਖਿਆ ਲਈ ਜ਼ੁਲਮ ਦੇ ਵਿਰੁੱਧ ਜੂਝਣਾ ਹੁੰਦਾ ਹੈ। ਧਰਮ ਦੀ ਗੱਲ ਕਰਦਿਆਂ ਸਤਿਗੁਰੂ ਜੀ ਤਾਂ ਸਪਸ਼ਟ ਫਰਮਾ ਰਹੇ ਹਨ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾਣ, ਪੰਨਾ 1136। ਕਿਸੇ ਵੀ ਦੂਜੇ ਧਰਮ ਨਾਲ ਦਸ਼ਮੇਸ਼ ਜੀ ਦਾ ਕੋਈ ਵਾਸਤਾ ਨਹੀਂ ਸੀ। ਉਹਨਾਂ ਨੇ ਸਦਾ ਮਜ਼ਲੂਮ ਦੀ ਹੀ ਰੱਖਿਆ ਕੀਤੀ ਅਤੇ ਜਾਂ ਸਵੈ ਰੱਖਿਆ ਲਈ ਜੂਝੇ। ਗੁਰੂ ਘਰ ਨਾਲ ਅਥਵਾ ਖਾਲਸਾ ਪੰਥ ਨਾਲ ਜਿੰਨਾ ਵਿਸ਼ਵਾਸਘਾਤ ਬ੍ਰਾਹਮਣਾਂ ਅਤੇ ਹਿੰਦੂਆਂ ਨੇ ਕੀਤਾ ਹੈ, ਹੋਰ ਕਿਸੇ ਨੇ ਨਹੀਂ ਕੀਤਾ। ਨੰਬਰ 3, ਸੰਸਾਰ ਦੇ ਇਤਿਹਾਸ ਵਿੱਚ ਬੇਅੰਤ ਜੰਗਾਂ ਦਾ ਜ਼ਿਕਰ ਹੈ, ਪਰ ਕਿਸੇ ਇੱਕ ਵੀ ਜੰਗ ਨੂੰ ਧਰਮ ਬਚਾਉਣ ਵਾਲੀ ਜੰਗ ਅਥਵਾ ਧਰਮ ਯੁੱਧ ਕਰਕੇ ਲਿਖਿਆ ਨਹੀਂ ਮਿਲਦਾ। ਨੰਬਰ 4, ਭਗਵਾਨ ਕ੍ਰਿਸ਼ਨ ਜਿਸ ਦੀ ਲੀਲਾ ਵਰਣਨ ਕਰਨ ਵਾਲੇ ਕ੍ਰਿਸ਼ਨ ਅਵਤਾਰ ਗ੍ਰੰਥ ਵਿੱਚੋਂ ਉਪਰੋਕਤ ਪੰਕਤੀਆਂ ਵਰਤੀਆਂ ਜਾ ਕੇ ਧਰਮ ਯੁੱਧ ਕੇ ਚਾਏ ਦੀ ਗੱਲ ਕੀਤੀ ਜਾ ਰਹੀ ਹੈ, ਉਸ ਸ੍ਰੀ ਕ੍ਰਿਸ਼ਨ ਜੀ ਨੇ ਆਪ ਕਿਹੜਾ ਧਰਮ ਯੁੱਧ ਕੀਤਾ ਸੀ? ਨੰਬਰ 1, ਪਹਿਲਾਂ ਘਰੋਗੀ ਝਗੜੇ ਕਾਰਨ ਕੰਸ ਨੂੰ ਮਾਰਿਆ। ਨੰਬਰ 2, ਫਿਰ ਭਗਵਾਨ ਜੀ ਬੀਬੀ ਰੁਕਮਣੀ ਨੂੰ ਚੁੱਕ ਲਿਆਏ ਤਾਂ ਜੰਗ ਵਿੱਚ ਕਈ ਮਰੇ। ਨੰਬਰ 3, ਆਪਣੇ ਮਾਮੇ ਕੰਸ ਦੇ ਸਹੁਰੇ ਜਰਾਸਿੰਧ ਨਾਲ ਘਰੋਗੀ ਵਿਰੋਧ ਕਾਰਨ ਹੋਈਆਂ ਜੰਗਾਂ। ਨੰਬਰ 4, ਧਰਤੀ ਦੀ ਕੁੱਖੋਂ ਜਨਮੇ ਵਿਸ਼ਨੂੰ ਜੀ ਦੇ ਪੁੱਤਰ ਨਰਕਾਸੁਰ ਨਾਲ ਘੋਰ ਯੁੱਧ ਕਰਕੇ ਉਸ ਕੋਲੋਂ 16,100 ਰਾਣੀਆਂ ਖੋਹ ਕੇ ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਘਰ ਪਾ ਲਈਆਂ। ਨੰਬਰ 5, ਮਹਾਭਾਰਤ ਗਾਥਾ ਦੀਆਂ ਕਥਿਤ ਜੰਗਾਂ ਵਿੱਚੋਂ ਧਰਮ ਯੁੱਧ ਕਿਹੜਾ ਸੀ? ਉਂਝ ਆਖਰੀ ਮਹਾਯੁੱਧ ਜੋ ਦ੍ਰੋਪਦੀ ਨੂੰ ਹੋਏ ਰਾਜ ਮਦ ਅਤੇ ਹੁਸਨ ਦੀ ਹੈਂਕੜੀ ਭਰੀ ਮੂਰਖਤਾਈ ਤੋਂ ਭੜਕੇ ਬਦਲਾ ਲਊ ਕ੍ਰੋਧ ਅਗਨੀ ਦੇ ਭਾਂਬੜ ਦੇ ਕਾਰਨ ਅਤੇ ਫਿਰ ਈਰਖਾ ਤੋਂ ਪੈਦਾ ਹੋਏ ਰਾਜ ਦੀ ਵੰਡ ਅਤੇ ਤਖਤ 'ਤੇ ਜੱਫਾ ਮਾਰ ਲੈਣ ਦੀ ਹਿਰਸ ਦੇ ਕਾਰਨ ਛਿੜਿਆ ਸੀ। ਉਸ ਵਿੱਚ ਕੌਰਵ ਕਹਿੰਦੇ ਸਨ ਕਿ ਉਹ ਧਰਮ ਯੁੱਧ ਕਰ ਰਹੇ ਹਨ ਅਤੇ ਪਾਂਡਵ ਆਪਣੇ ਥਾਂ ਧਰਮ ਯੁੱਧ ਲੜਨ ਦੀ ਗੱਲ ਬਾਰ-ਬਾਰ ਕਹਿ ਰਹੇ ਸਨ। ਹੈ ਇਹ ਯੁੱਧ ਵੀ ਮਾਇਆ ਦਾ ਹੀ ਇੱਕ ਭਿਆਨਕ ਰੂਪ ਸੀ। ਧਰਮ ਯੁੱਧ ਦੀ ਵਿਆਖਿਆ ਕੌਰਵ ਪਾਂਡਵਾਂ ਦੇ ਗੁਰੂ ਪੁਰੋਹਿਤ ਦਰੋਣਾਚਾਰੀਆ ਨੇ ਪਿਤਾਮਾ ਬ੍ਰਹਮਾ ਜੀ ਨੂੰ ਕੁਰੂਕਸ਼ੇਤਰ ਦੇ ਜੰਗ ਦੇ ਮੈਦਾਨ ਵਿੱਚ ਉਸ ਵੇਲੇ ਸਮਝਾਈ ਸੀ ਜਦੋਂ ਭਗਵਾਨ ਬ੍ਰਹਮਾ ਜੀ ਨੇ ਪ੍ਰਗਟ ਹੋ ਕੇ ਦਰੋਣ ਨੂੰ ਬ੍ਰਹਮ ਅਸਤਰ ਚਲਾਉਣ ਤੋਂ ਵਰਜਿਆ। ਕਿਹਾ ਸੀ, ਅਜਿਹਾ ਸਰਬਨਾਸ਼ਕ ਅਸਤਰ ਕੇਵਲ ਧਰਮ ਦੀ ਰੱਖਿਆ ਲਈ ਹੀ ਚਲਾਉਣਾ ਚਾਹੀਦਾ ਹੈ, ਕਿਉਂਕਿ ਪਾਂਡਵ ਧਰਮ ਯੁੱਧ ਕਰ ਰਹੇ ਹਨ ਅਤੇ ਕੌਰਵਾਂ ਦਾ ਪੱਖ ਅਧਰਮ ਵਾਲਾ ਹੈ। ਇਸ ਲਈ ਪਾਂਡਵਾਂ ਵੱਲ ਨੂੰ ਬ੍ਰਹਮ ਅਸਤਰ ਚਲਾਉਣਾ ਅਧਰਮ ਹੈ। ਅੱਗੋਂ ਦਰੋਣ ਨੇ ਇਉਂ ਕਿਹਾ ਸੀ, ਮੈਂ ਧਰਮ ਦਾ ਅਰਥ ਚੰਗੀ ਤਰ੍ਹਾਂ ਜਾਣਦਾ ਹਾਂ।
ਮੇਰਾ ਧਰਮ ਹੈ ਕਿ ਮੈਂ ਆਪਣੇ ਅੰਨਦਾਤਾ ਕੌਰਵਾਂ ਦੇ ਪੱਖ ਵਿੱਚ ਲੜਾਂ। ਪਾਂਡਵਾਂ ਦਾ ਧਰਮ ਆਪਣੇ ਹੱਕ ਲਈ ਲੜਨ ਦਾ ਹੈ। ਅਸੀਂ ਦੋਵੇਂ ਧਿਰਾਂ ਹੀ ਧਰਮ ਯੁੱਧ ਲੜ ਰਹੇ ਹਾਂ। ਅਸਲ ਵਿੱਚ ਧਰਮ ਯੁੱਧ ਸ਼ਬਦ ਹੈ ਹੀ ਪੁਰੋਧਾਂ ਦਾ। ਮਹਾਨ ਕੋਸ਼ ਵਿੱਚ ਧਰਮ ਯੁੱਧ ਲਫ਼ਜ਼ ਹੈ ਹੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਧਰਮ ਯੁੱਧ ਸ਼ਬਦ ਵਰਤਿਆ ਕਿਤੇ ਨਹੀਂ ਮਿਲਦਾ। ਇਸ ਬ੍ਰਾਹਮਣੀ ਸ਼ਬਦ ਨੂੰ ਗੁਰਮਤਿ ਵਿੱਚ ਕੋਈ ਥਾਂ ਨਹੀਂ ਹੋਣਾ ਚਾਹੀਦਾ। ਨੰਬਰ 5, ਭਾਰਤ ਵਿੱਚ ਮੁਸਲਮਾਨ ਹਕੂਮਤ ਅਥਵਾ ਦਿੱਲੀ ਦਾ ਮੁਗਲ ਤਾਜਦਾਰ ਵੀ ਸਿੱਖੀ ਦਾ ਦੁਸ਼ਮਣ ਨਹੀਂ ਸੀ ਬਣਿਆ। ਮਾਇਆ ਗ੍ਰਸੇ ਮੁਸਲਮਾਨ ਧਾਰਮਿਕ ਆਗੂਆਂ ਦੀ ਅਤੇ ਬਿੱਪਰ ਦੇ ਚੇਲੇ ਹਿੰਦੂ ਅਹਿਲਕਾਰਾਂ ਦੀ ਚੁੱਕ ਵਿੱਚ ਆ ਕੇ ਮੁਗਲ ਸਮਰਾਟ ਸਿੰਘਾਂ ਦੀ ਜਾਨ ਦਾ ਵੈਰੀ ਜ਼ਰੂਰ ਬਣ ਖਲੋਤਾ ਸੀ। ਦਸ਼ਮੇਸ਼ ਜੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦੇ ਪੱਖ ਵਿੱਚ ਜੂਝੇ ਅਤੇ ਉਸ ਨੂੰ ਦਿੱਲੀ ਦੇ ਤਖ਼ਤ 'ਤੇ ਆਪ ਬਿਠਾਇਆ ਸੀ। ਮੁਗਲ ਹਕੂਮਤ ਜੇ ਸਿੱਖੀ ਦੀ ਦੁਸ਼ਮਣ ਹੁੰਦੀ ਤਾਂ ਸਿੱਖਾਂ ਦੇ ਧਰਮ ਅਸਥਾਨ ਅਤੇ ਧਰਮ ਅਸਥਾਨਾਂ ਵਿੱਚ ਬੈਠੇ ਉਦਾਸੀ ਨਿਰਮਲੇ ਮਹੰਤ ਆਦਿ ਸਾਰਾ ਕੁਝ ਖਤਮ ਕਰ ਦਿੱਤਾ ਜਾਣਾ ਸੀ। ਇਤਿਹਾਸ ਵਿੱਚੋਂ ਸਗੋਂ ਇੱਥੋਂ ਤੱਕ ਲਿਖਿਆ ਵੀ ਮਿਲਦਾ ਹੈ ਕਿ ਜਦ ਸਿੰਘਾਂ ਨੂੰ ਜੰਗਲਾਂ ਅਤੇ ਮਾਰੂਥਲਾਂ ਵਿੱਚ ਰਹਿਣਾ ਪੈ ਗਿਆ ਸੀ ਤਾਂ ਮਿਲਵਰਤਨੀਏ ਸਿੱਖ ਪਿੰਡਾਂ ਵਿੱਚ ਹੀ ਰਹਿੰਦੇ ਵੇਖੇ ਜਾ ਸਕਦੇ ਸਨ। ਅਜਿਹੇ ਮਿਲਵਰਤਨੀਏ ਸਿੱਖ ਹੀ ਜੰਗਲਾਂ ਵਿੱਚ ਰਹਿੰਦੇ ਜਥਿਆਂ ਨੂੰ ਲੋੜੀਂਦੀਆਂ ਖਬਰਾਂ ਦੇ ਨਾਲ ਹੋਰ ਕਈ ਤਰ੍ਹਾਂ ਦੀ ਵਡਮੁੱਲੀ ਸਹਾਇਤਾ ਪਹੁੰਚਾਉਂਦੇ ਰਹਿੰਦੇ ਸਨ। ਉਹ ਰਾਜਸੀ ਕਹਿਰ ਵਿੱਚ ਹੋਈਆਂ ਸਾਰੀਆਂ ਲੜਾਈਆਂ ਅਤੇ ਕੁਰਬਾਨੀਆਂ ਧਰਮ ਨੂੰ ਬਚਾਉਣ ਵਾਲੇ ਧਰਮ ਯੁੱਧ ਨਹੀਂ ਸਨ। ਖਾਲਸਾ ਖਮਾਉਣ ਵਾਲੇ ਸਿੰਘ ਜੀ ਆਪਣੀਆਂ ਜਾਨਾਂ ਨੂੰ ਬਚਾਉਣ ਦੇ ਨਾਲ ਅਨਾਥਾਂ, ਯਤੀਮਾਂ ਅਤੇ ਬੇਸਹਾਰਿਆਂ 'ਤੇ ਜ਼ੁਲਮ ਕਰਨ ਵਾਲੀ ਜ਼ਾਲਮ ਸਰਕਾਰ ਦਾ ਤਖਤਾ ਮੂਧਾ ਕਰਕੇ ਖਾਲਸਾ ਰਾਜ ਸਥਾਪਿਤ ਕਰਨ ਲਈ ਜੂਝ ਰਹੇ ਸਨ। ਇਹੀ ਕਾਰਨ ਹੈ ਕਿ ਸਰਕਾਰ ਵੱਲੋਂ ਆਈਆਂ ਸੁਲ੍ਹਾ ਦੀਆਂ ਪੇਸ਼ਕਸ਼ਾਂ ਨੂੰ ਪੰਥ ਠੁਕਰਾਉਂਦਾ ਰਿਹਾ ਸੀ। ਇਤਿਹਾਸ ਦੀ ਇਹ ਘਟਨਾ ਵੀ ਭੁੱਲਣਯੋਗ ਨਹੀਂ ਹੈ ਕਿ 1797 ਵਿੱਚ ਸੂਬਾ ਲਾਹੌਰ ਨੇ ਸਰਦਾਰ ਸੁਬੇਗ ਸਿੰਘ ਵਕੀਲ ਦੀ ਰਾਹੀਂ ਨਵਾਬੀ ਖਿਤਾਬ ਤੇ 1 ਲੱਖ ਦੀ ਜਾਗੀਰ ਅਤੇ ਵਡਮੁੱਲੀ ਖਿਲਤ ਚਾਂਦੀ ਦੀ ਥਾਲੀ ਵਿੱਚ ਰੱਖ ਕੇ ਅੰਮ੍ਰਿਤਸਰ ਖਾਲਸਾ ਜੀ ਨੂੰ ਭੇਟਾ ਕੀਤਾ ਸੀ, ਜੋ ਕਿੰਨਾ ਚਿਰ ਦਰਬਾਰ ਵਿੱਚ ਠੋਕਰਾਂ ਖਾਂਦਾ ਰਿਹਾ ਸੀ। ਆਖਰ ਪੰਥ ਦੇ ਫੈਸਲੇ ਅਨੁਸਾਰ ਇਹ ਨਵਾਬੀ ਸਰਦਾਰ ਕਪੂਰ ਸਿੰਘ ਜੀ ਨੂੰ ਕਬੂਲ ਕਰਨੀ ਪਈ ਸੀ। ਨੰਬਰ 6, ਹਥਿਆਰਾਂ ਦੀ ਕੋਈ ਵੀ ਜੰਗ ਕਿਸੇ ਵੀ ਦਲੀਲ ਨਾਲ ਧਰਮ ਯੁੱਧ ਨਹੀਂ ਕਹੀ ਜਾ ਸਕਦੀ। ਪੁਰਾਤਨ ਸਿਆਣਿਆਂ ਨੇ ਜ਼ਰ, ਜਨ, ਜ਼ਮੀਨ ਤਿੰਨਾਂ ਨੂੰ ਹੀ ਲੜਾਈ ਦਾ ਕਾਰਨ ਮੰਨਿਆ ਹੈ। ਧਰਮ ਨੇ ਕਦੇ ਜੰਗ ਨਹੀਂ ਛੇੜੀ। ਧਰਮ ਦਾ ਸਰਬੱਤ ਦੇ ਭਲੇ ਦੀ ਮੰਗ ਕਰਦਾ ਹੈ। ਪਦਾਰਥਾਂ ਦੀ ਲਾਲਸਾ ਹੀ ਸਦਾ ਜੰਗਾਂ ਯੁੱਧਾਂ ਦਾ ਕਾਰਨ ਬਣਿਆ ਕਰਦੀ ਹੈ। ਆਪਣੀ ਨਿੱਜੀ ਹਵਸ ਮਿਟਾਉਣ ਲਈ ਧਰਮ ਦਾ ਨਾਮ ਵਰਤ ਕੇ ਜੰਗਾਂ ਵਿੱਚ ਭਿਆਨਕ ਜ਼ੁਲਮ ਜ਼ਰੂਰ ਕੀਤੇ ਜਾਂਦੇ ਹਨ, ਪਰ ਅੱਜ ਤੱਕ ਕਿਸੇ ਵੀ ਜੰਗ ਨੇ ਸੰਸਾਰ ਵਿੱਚੋਂ ਕੋਈ ਸਿਰ ਕੱਢ ਧਰਮ ਕਦੇ ਖਤਮ ਨਹੀਂ ਕੀਤਾ। ਨੰਬਰ 7, ਸਿੱਖੀ ਦਾ ਅਸਲ ਦੁਸ਼ਮਣ ਤਾਂ ਹੈ ਹੀ ਹਿੰਦੂ ਸਮਾਜ, ਜੋ ਅੱਜ ਤੱਕ ਖਾਲਸਾ ਜੀ ਨੂੰ ਅਡਰੀ ਕੌਮ ਮੰਨਣ ਤੋਂ ਇਨਕਾਰੀ ਹੈ। ਸਿੱਖੀ ਨੂੰ ਹਰੀਜਨਾਂ ਜਿਹੀ ਹਿੰਦੂਆਂ ਦੀ ਹੀ ਇੱਕ ਸ਼ਾਖ ਕਹਿੰਦੇ ਹਨ। ਮੁਸਲਮਾਨ ਹਕੂਮਤ ਨੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ। ਖਾਲਸਾ ਜੀ ਨੂੰ ਚਰਖੜੀਆਂ 'ਤੇ ਚਾੜ੍ਹਿਆ, ਬੰਦ-ਬੰਦ ਕੱਟੇ, ਉਬਲਦੀਆਂ ਦੇਗਾਂ ਵਿੱਚ ਬਿਠਾਇਆ, ਆਰਿਆਂ ਨਾਲ ਚੀਰਿਆ। ਸਿੱਖ ਬੀਬੀਆਂ ਨੂੰ ਕਈ ਮਹੀਨੇ ਬੰਦੀ ਵਿੱਚ ਰੱਖ ਕੇ ਸਵਾ ਮਣ ਦਾਣੇ ਪਿਸਵਾਏ। ਬੱਚਿਆਂ ਦੇ ਟੋਟਿਆਂ ਦੇ ਹਾਰ ਸਿੰਘ ਮਾਤਾਵਾਂ ਦੇ ਗਲਾਂ ਵਿੱਚ ਪਾਏ। ਘੱਲੂਘਾਰਿਆਂ ਵਿੱਚ ਸਿੰਘਾਂ ਨੂੰ ਵਹੀਰਾਂ ਸਮੇਤ ਮਾਰ ਮੁਕਾਇਆ। ਕਈ ਤਰ੍ਹਾਂ ਦੇ ਅਕਹਿ ਅਤੇ ਅਸਹਿ ਜ਼ੁਲਮ ਕੀਤੇ, ਪਰ ਮੁਸਲਮਾਨਾਂ ਨੇ ਅੱਜ ਤੱਕ ਇਹ ਨਹੀਂ ਕਿਹਾ ਕਿ ਸਿੱਖ ਮੁਸਲਮਾਨਾਂ ਵਿੱਚੋਂ ਹੀ ਹਨ ਅਤੇ ਸਿੱਖ ਇੱਕ ਅਡਰੀ ਕੌਮ ਨਹੀਂ ਹੈ। ਸੰਨ 1947 ਵਿੱਚ ਮਾਸਟਰ ਤਾਰਾ ਸਿੰਘ ਜੀ ਦਾ ਇਹ ਬਿਆਨ ਜਦ ਅਖਬਾਰਾਂ ਵਿੱਚ ਛਪਿਆ ਕਿ ਮੁਸਲਮਾਨ ਸਿੱਖਾਂ ਦਾ ਦੁਸ਼ਮਣ ਹੈ ਪਰ ਹਿੰਦੂ ਸਿੱਖੀ ਦਾ ਦੁਸ਼ਮਣ ਹੈ, ਤਾਂ ਹਿੰਦੂ ਪਿੱਠ ਉੱਠੇ ਸਨ। ਨੰਬਰ 8, ਧਰਮ ਲਈ ਖਤਰਾ ਸਦਾ ਉਹੀ ਬਣਿਆ ਹੈ ਜਿਹੜਾ ਕਿਸੇ ਧਰਮ ਦੀ ਮਰਿਆਦਾ ਨੂੰ ਵਿਗਾੜ ਰਿਹਾ ਹੋਵੇ। ਸਿੱਖ ਧਰਮ ਵਿੱਚ ਵਿਪਰਨਕੀ ਰੀਤ ਵਾੜਨ ਵਾਲੇ ਮਾਨੋ ਸਿੱਖ ਧਰਮ ਉੱਤੇ ਮਸ਼ੀਨ ਗੰਨਾਂ ਦੇ ਫਾਇਰ ਕਰਦੇ ਆ ਰਹੇ ਹਨ। ਸਾਡਾ ਧਰਮ ਯੁੱਧ ਉਹ ਹੈ। ਅਸਾਂ ਆਪਣੇ ਧਰਮ ਨੂੰ ਉਸ ਖਤਰੇ ਤੋਂ ਬਚਾਉਣਾ ਸੀ, ਪਰ ਉਸ ਜੰਗ ਨੂੰ ਨਿਰਾ ਅਸੀਂ ਪੂਰੀ ਤਰ੍ਹਾਂ ਹਾਰਿਆ ਹੀ ਨਹੀਂ, ਸਗੋਂ ਸਾਡੇ ਵਿੱਚੋਂ ਬਹੁ ਗਿਣਤੀ ਉਹਨਾਂ ਵੀਰਾਂ ਦੀ ਹੈ ਜਿਹੜੇ ਇਸ ਧਰਮ ਯੁੱਧ ਵਿੱਚ ਵੈਰੀਆਂ ਦੇ ਸਾਥੀ ਬਣ ਖਲੋਤੇ ਹੋਏ ਹਨ। ਆਪਣੇ ਧਰਮ ਉੱਤੇ ਅਸੀਂ ਆਪ ਹੀ ਗੋਲਾਬਾਰੀ ਕਰਨੀ ਆਰੰਭ ਕੀਤੀ ਹੋਈ ਹੈ।
ਉਦਾਹਰਨ ਵਜੋਂ ਸੱਚ ਦੇ ਦਰਬਾਰ ਵਿੱਚ ਬੇਰੀ ਰੂਪ ਝੂਠ ਦੀ ਪੂਜਾ ਜੋ ਮਹੰਤਾਂ ਨੇ ਆਰੰਭ ਕਰਵਾਈ ਸੀ, ਮਰਦਾਂ ਦੇ ਇਸਤਰੀਆਂ ਦੀਆਂ ਸਭ ਔਕੜਾਂ ਪੌਣੇ ਦੇ ਅੰਦਰ ਵਾਲੀ ਬੇਰੀ ਦੂਰ ਕਰ ਰਹੀ ਹੈ। ਦੁੱਖਾਂ ਨੂੰ ਦੂਰ ਕਰਨ ਦਾ ਉਪਕਾਰ ਕਰਨ ਵਾਲੀ ਉਹ ਬੇਰੀ 1973 ਵਿੱਚ ਸੁੱਕ ਗਈ ਤਾਂ ਆਪਣੇ ਆਪ ਨੂੰ ਸਿੱਖੀ ਦੇ ਅਸਰ ਰਾਖੇ ਕਹਿਣ ਵਾਲੇ ਲੇਖਕ ਅਤੇ ਪ੍ਰਚਾਰਕ ਗਿਆਨੀ ਧਿਆਨੀ ਜੀ ਨੇ ਨਵ ਜਨਮਿਆ ਬੇਰੀ ਦਾ ਬੂਟਾ ਸੁੱਕ ਸੜ ਗਈ ਬੇਰੀ ਦੇ ਥਾਂ ਆਪਣੀ ਹੱਥੀਂ ਲਿਆ ਗੱਡਿਆ ਸੀ। ਅੱਜ ਕੱਲ੍ਹ ਉਹ ਬੇਰੀ ਮਰਦ ਸ਼ਰਧਾਲੂਆਂ ਦੇ ਦੁੱਖਾਂ ਦਾ ਨਾਸ਼ ਕਰ ਰਹੀ ਹੈ। ਧਰਮ ਯੁੱਧ ਦਾ ਰੌਲਾ ਪਾਉਣ ਵਾਲਿਆਂ ਮਹਾਂਪੁਰਖਾਂ ਨੇ ਆਪਣੇ ਧਰਮ ਤੇ ਆਪਣੇ ਹੱਥੀਂ ਬੇਰੀ ਰੂਪ ਭਿਆਨਕ ਟਾਈਮ ਬੰਬ ਲਿਆ ਬੀੜਿਆ ਹੋਇਆ। ਇਸ ਟਾਈਮ ਬੰਬ ਦੇ ਵਿਸਫੋਟ ਦਾ ਬੜਾ ਹੀ ਭਿਆਨਕ ਸਿੱਟਾ ਹੋਣਾ ਹੈ। ਦਾਸ ਨੇ ਟੌੜਾ ਸਾਹਿਬ ਨੂੰ ਜਿਹੜੀ ਚਿੱਠੀ ਲਿਖੀ ਸੀ ਉਸ ਵਿੱਚ ਉਦਾਹਰਨਾਂ ਦੇ ਕੇ ਲਿਖਿਆ ਸੀ ਕਿ ਭਾਵੇਂ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਪਾਵਨ ਇਮਾਰਤਾਂ ਨੂੰ ਬਰੂਦ ਨਾਲ ਢਾਹ ਢੇਰੀ ਕੀਤਾ ਸੀ, ਬੀਬੀ ਇੰਦਰਾ ਨੇ ਵੀ ਕੋਈ ਕਸਰ ਨਹੀਂ ਸੀ ਛੱਡੀ, ਪਰ ਉਹ ਜਰਵਾਣੇ ਸ੍ਰੀ ਦਰਬਾਰ ਸਾਹਿਬ ਦੀ ਪਾਵਨਤਾ ਦੇ ਮਹਿਲ ਦਾ ਇੱਕ ਕਿੰਗਰਾ ਵੀ ਨਹੀਂ ਸਨ ਭੋਰ ਸਕੇ। ਪਰ ਗੁਰਮਤਿ ਮਰਜ਼ਾਦਾ ਨੂੰ ਵਿਗਾੜ ਕੇ ਪ੍ਰੋਹਤਵਾਦੀ ਰੀਤਾਂ ਚਾਲੂ ਕਰੀ ਜਾ ਰਹੇ ਹੁਣ ਦੇ ਪ੍ਰਬੰਧਕ ਸਹੀ ਅਰਥਾਂ ਵਿੱਚ ਇਸ ਪਾਵਨ ਪਵਿੱਤਰ ਧਰਮ ਅਸਥਾਨ ਨੂੰ ਜੜ੍ਹਾਂ ਤੋਂ ਗਰਾਈ ਜਾ ਰਹੇ ਹਨ। ਦਸ਼ਮੇਸ਼ ਜੀ ਦੀ ਸਿੱਖੀ ਲਈ ਖਤਰੇ ਵਾਲਾ ਧਰਮ ਯੁੱਧ ਇਹਨਾਂ ਆਪਣਿਆਂ ਨੇ ਆਰੰਭ ਕੀਤਾ ਹੋਇਆ ਹੈ। ਲਿਖਤਾਂ ਸਿੱਧ ਕਰ ਰਹੀਆਂ ਹਨ ਕਿ ਦਸਮ ਗ੍ਰੰਥ ਦਰਸ਼ਨ ਪੁਸਤਕ ਲਿਖਣ ਵਾਲੇ ਵਿਦਵਾਨ ਜੀ ਨੂੰ ਵੀ ਕੱਖ ਪਤਾ ਨਹੀਂ ਹੈ ਕਿ ਧਰਮ ਯੁੱਧ ਕਿਸ ਬਲਾ ਦਾ ਨਾਮ ਹੈ। ਪ੍ਰੋਹਤਵਾਦ ਅਥਵਾ ਡੇਰਾਵਾਦ ਸਿੱਖੀ ਦੀ ਨਿਆਰੀ ਨੂੰ ਹਾਰ ਨਿਰੰਤਰ ਵਿਗਾੜੀ ਤੁਰਿਆ ਜਾ ਰਿਹਾ ਹੈ। ਅੱਜ ਸਾਡੇ ਲਈ ਭਿਆਨਕ ਖਤਰਾ ਕੇਵਲ ਅਤੇ ਕੇਵਲ ਉਹ ਹਨ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਜ਼ਾਦਾ ਨੂੰ ਬੇਲੋੜੀ ਸਿੱਧ ਕਰਨ ਲਈ ਅਜਿਹੀ ਬਾਣੀ ਨੂੰ ਧਰਮ ਦਾ ਅੰਗ ਬਣਾਈ ਜਾ ਰਹੇ ਹਨ, ਜਿਸ ਬਾਣੀ ਨੂੰ ਦਸ਼ਮੇਸ਼ ਜੀ ਨੇ ਗੁਰਿਆਈ ਯੋਗ ਨਹੀਂ ਸੀ ਸਮਝਿਆ। ਅਜਿਹੇ ਲੋਕ ਜੋ ਪ੍ਰੋਹਤਵਾਦੀ ਮਰਜ਼ਾਦਾ ਖਾਲਸਾ ਪੰਥ ਵਿੱਚ ਵਾੜ ਕੇ ਇਸ ਦੇ ਨਿਰਮਲ ਸਰੋਵਰ ਦੇ ਅੰਮ੍ਰਿਤ ਜਲ ਨੂੰ ਗੰਧਲਾ ਕਰ ਰਹੇ ਹਨ। ਧਰਮ ਸਦਾ ਉਹੀ ਕਮਜ਼ੋਰ ਹੁੰਦਾ ਹੈ ਜਿਹੜਾ ਆਪਣੀ ਮੁੱਢਲੀ ਮਰਜ਼ਾਦਾ ਨੂੰ ਭੁੱਲ ਕੇ ਦੂਜੇ ਧਰਮ ਦੀ ਮਰਜ਼ਾਦਾ ਦਾ ਧਾਰਨੀ ਬਣ ਜਾਂਦਾ। ਯਾਦ ਰੱਖੋ ਕਿ ਅਸੀਂ ਧਰਮ ਯੁੱਧ ਕੇ ਚਾਹੇ ਕੱਚੀ ਬਾਣੀ ਨੂੰ ਸਤਿਗੁਰ ਦਾ ਸੰਦੇਸ਼ ਮੰਨ ਕੇ ਆਪਣੇ ਵੱਲੋਂ ਬੜੇ ਸੁਚੇਤ ਬਣੇ ਹੋਏ ਹਾਂ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਚੇਤਾਵਨੀ ਦੇ ਰਹੇ ਹਨ ਕਿ ਹੇ ਭਾਈ ਹੋਸ਼ ਕਰ, ਜਾਗਦਾ ਹੀ ਲੁੱਟਿਆ ਜਾ ਰਿਹਾ ਹੈ। ਦੁਨੀਆ ਹੁਸ਼ਿਆਰ ਬੇਦਾਰ, ਜਾਗਤ ਮੁਸੀਅਤ ਹਉ ਰੇ ਭਾਈ, ਨਿਗਮ ਹੁਸ਼ਿਆਰ ਪਹਿਰੂਆ, ਦੇਖਤ ਜਮ ਲੈ ਜਾਈ ਰਹਾ। ਪੰਨਾ 972। ਆਪਣੀ ਚਤੁਰਾਈ ਛੱਡ ਕੇ ਆਓ, ਹਰ ਪੱਖੋਂ ਸੰਪੂਰਨ ਸਤਿਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਹਾਜ਼ਰ ਹੋਈਏ ਅਤੇ ਪਤਾ ਕਰੀਏ ਕਿ ਉਹ ਕਿਸ ਪ੍ਰਕਾਰ ਦੀ ਜੰਗ ਵਿੱਚ ਕਿਹੜੇ ਯਤਨਾਂ ਨਾਲ ਫਤਿਹਯਾਬ ਹੋਣ ਦੀ ਸਿੱਖਿਆ ਦੇ ਰਹੇ ਹਨ। ਕਿਉਂਕਿ ਸਤਿਗੁਰ ਜੀਵੜ ਅਵਰ ਨਾ ਕੋਏ, ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ, ਜਨਮ ਮਰਨ ਦੁਖ ਤੇ ਰਾਖੈ, ਮਾਇਆ ਬਿਖ ਫਿਰ ਬਹੋੜ ਨਾ ਚਾਖੈ। ਪੰਨਾ 1271। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਚੌਥੇ ਕਾਂਡ ਦਾ 16ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।